ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ। ਪ੍ਰਤਕ ਜੋਤ ਅਨਾਹਤ ਜੋ ਗੁਰੂ ਨਾਨਕ ਅੰਗਦ ਮਾਹੇ ਸਮਾਈ। ਗੁਰੂ ਅੰਗਦ ਤਿਸ ਦ੍ਰਿਗ ਤੀਸਰ ਕੋ ਰਿਦ ਅਮਰਦਾਸ ਦੀ ਓਰ ਸੁਨਾਈ। ਰਿਦ ਸਾਤ ਸੋ ਭਾਤ ਜੋ ਸੋ ਅਤਹਰਕ ਅਨੰਤ ਰਹਿਓ ਲਪਟਾਈ। ਤਹ ਜੋਤ ਸਨਾਤਨ ਗੁਰ ਤੀਸਰ ਗੁਰੂ ਰਾਮਦਾਸ ਕੀ ਓਰ ਸੁਨਾਈ। ਗੁਰੂ ਰਾਮਦਾਸ ਜਗ ਤਾਰਨ ਕੋ ਗੁਰੂ ਅਰਜਨ ਭਇਆ ਦਸ ਭਾਵ ਦਿਖਾਈ। ਗੁਰੂ ਅਰਜਨ ਬੋਹਿਤ ਬਾਣੀ ਕੇ ਬੋਇਓ ਜਨ ਸੁਰ ਨਰ ਗਨ ਸਮੁਦਾਈ। ਸਿੱਖਨ ਕੋ ਨਾਮ ਕਦਾਨ ਦਿਓ ਤਨ ਰਾਮ ਨਾਮ ਅਤਿਉ ਚਲਾਈ। ਜੈ ਨੀਕ ਸੁਣੀ ਚਿਤ ਲਾਏ ਤੁਨੀ ਫਨ ਗਰਭ ਨਾਹਿ ਪਾਇਓ ਦੁਖਦਾਈ। ਗੁਰੂ ਹਰਿ ਗੋਬਿੰਦ ਪ੍ਰਤਖ ਹਰੀ ਜਨ ਦੀਨ ਦੁਨੀ ਕੋ ਕਸ਼ਟ ਰਹਾਈ। ਨ ਅੰਤ ਸਮੇ ਜਮ ਦੀਨ ਕੀਆ ਜਪਿਓ ਹਰਿ ਗੋਬਿੰਦ ਜਨ ਰਗਰਾਈ। ਸੋ ਮਸਤ ਨਿਹਾਰ ਛਠਮ ਗੁਰ ਕੋ ਮਨ ਪਾਇਸ ਸਾਤਰ ਦੇ ਰਸਨਾਈ। ਬੜ ਬੀਰੋ ਸੰਤ ਮਹੰਤ ਗੁਰੂ ਤਰ ਧਰਮ ਕਰਮ ਕੀ ਪੈਜ ਰਖਾਈ। ਕਰ ਜੋਰ ਬੰਦੋ ਗੁਰੂ ਹਰਿ ਰਾਏ ਪ੍ਰਭ ਕਰਨ ਕਾਰਜ ਦਿਓ ਬਤਾਈ। ਨੈ ਜੋਰ ਨਰਨ ਕੋ ਜੋਰਨ ਕੋ ਜੈ ਸੂਤ ਪ੍ਰਭੂ ਨਿਜ ਕਰਤ ਰਖਾਈ। ਸਭ ਵਿਗਨ ਬਨਾਸ ਭਏ ਉਸਕੈ ਗੁਰੂ ਹਰਿ ਕ੍ਰਿਸ਼ਨ ਜਨ ਲਿਓ ਮਨਾਈ। ਗੁਰੂ ਹਰਿ ਕ੍ਰਿਸ਼ਨ ਉਜਲ ਆਤਮ ਹੈ ਜਨ ਦਰਸ ਕੀਆ ਫਲ ਮੁਕਤੀ ਪਾਈ। ਗੁਰ ਤੇਗ ਬਹਾਦਰ ਸੋ ਜੋਤ ਅਮਰ ਭੀਰਨ ਤੇ ਭੀਰਨ ਕੈਰ ਦੇ ਜਗਾਈ। ਤਹ ਬੋਧ ਦਿਆ ਨਰ ਨਾਰਨ ਕੋ ਪਰਲੋਕ ਅਲੋਕ ਸੋ ਸਮ ਸੁਖਦਾਈ। ਨੈ ਰੰਚ ਕਲੇਸ਼ ਕੀਆ ਛਨ ਮੈਂ ਉਪਦੇਸ਼ ਕੀਆ ਜੋ ਕਰਤ ਦਿਖਾਈ। ਯਾ ਬੋਧ ਅਪਾਵਨ ਹੇਤ ਸੁਨੋ ਗੁਰ ਨਾਮੰ ਭੇਟਾ ਸੀਸ ਚੜਾਈ। ਗੋਬਿੰਦ ਗੁਰੂ ਸਮ ਅਵਤਾਰ ਨਹੀਂ ਚੌ ਜੋਗਣ ਮੈਂ ਹਰ ਜੋ ਪ੍ਰਗਟਾਈ। ਜਨ ਤਿਰਨ ਆਗਾਸ ਦੀਏ ਛਨ ਮੈਂ ਆਗਾਸ ਦੀਏ ਜਨ ਧਰਨ ਰਹਾਈ। ਜਨ ਨੀਚੋਂ ਊਚ ਕੀਏ ਛਿਨ ਮੈਂ ਫਨ ਊਚ ਓ ਨੀਚ ਨ ਰਹਿਓ ਕਥਾਈ। ਜਨ ਦੀਨਨ ਕਾ ਅਤਹੇਤ ਕੀਓ ਔ ਦੁਸ਼ਟਨ ਕੋ ਜਨ ਖੇਤ ਰਹਾਈ। ਜਨ ਮਿਰਤਕ ਸੁਰਜੀਤ ਕੀਏ ਜਿਸਨੇ ਆਗਸਤ ਭੁਜੰਗ ਜਨ ਸ਼ਕਤੀ ਪਾਈ। ਜਨ ਸਿੰਘ ਕੀਏ ਮਿਰਗਾਲ ਜਿਤੇ ਅਰ ਜੈ ਤੇ ਗੰਗਾਈ। ਰਸ ਬੀਰ ਦੀਆ ਜਨ ਛਟਕਨ ਪੂਰਨ ਚਟਕਨ ਬਾਜੇ ਸੋ ਫਕਰਾਈ। ਜੈ 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 ਗੋਬਿੰਦ ਸਿੰਘ ਗੁਰੂ ਜੈ 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 ਗੋਬਿੰਦ ਰਗਰਾਈ। ਅਬ ਕਿਰਪਾ ਕਰਕੇ ਗੁਰ ਦੀਜੇ ਦੇਵ ਦਿਟ ਸੰਪੇਖਨ ਕੇਰੀ। ਜੈ ਕਰ ਭੂਪਤ ਰੰਕ ਪਖਾਰੀ ਪਸ ਪਸ਼ੂ ਸੰਸਰ ਦਿਸ਼ਟੇਰੀ। ਕੀਟ ਪਤੰਗ ਪਖਾਨ ਪਰਿੰਦ में जोत अकाल अखंड बसेरी। ईव परम दुसवार जो जानो तौ मन मोहन नदर करेरी। सतगुर जुगत लड़ाए के गुर सिख लेत संभाल। अवगुण काढ सद गुण परे बिखम घालना काल। कहाँ तुच्छ प्रभ बुद्ध हमारी बरन सकूं महिमा जो तुहारी। हम न सकत कर सिफत तुहारी आप ले हो तुम कथा सुधारी। एक अंकार है सदगुरु है पी हो सी सोए। वाहिगुरु जी की फतेह है बिघन बनासन सोए। पतत पावन भगत वत्सल
ਕਿਰਪਾ ਨਿਧਾਨ ਸਰਬ ਕਲਾ ਸਮਰੱਥ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਵਾਲੀਏ, ਕੁਲ ਆਲਮ ਗਰੀਬ ਨਵਾਜ, ਸੱਚਾ ਪਾਤਸ਼ਾਹ। ਸ਼ਬਦ ਗੁਰੂ ਜਗਤ ਗੁਰੂ, ਗਿਆਨ ਦਾ ਸਾਗਰ ਗੁਰੂ, ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਸੰਗਤਾਂ ਆਪਣੀ ਹਾਜ਼ਰੀ ਗੁਰ ਚਰਨਾਂ ਚ ਲਵਾ ਰਹੇ ਹੋ। ਦਾਸ ਦੀ ਹਾਜ਼ਰੀ ਵੀ ਗੁਰੂ ਚਰਨਾਂ ਚ ਪ੍ਰਵਾਨ ਕਰੋ। ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਨਗਰ ਪਿੰਡ ਜਮਸ਼ੇਦਪੁਰ, ਜ਼ਿਲ੍ਹਾ ਤਰਨਤਾਰਨ, ਵਡਭਾਗੀ ਨਗਰ ਆ, ਜਿੱਥੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਗੁਰੂ ਪੂਤ ਧੰਨ ਧੰਨ ਸਾਹਿਬ ਸ੍ਰੀ ਬਾਬਾ ਜੀਵਨ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਹ ਗੁਰੂ ਦੇ ਪਿਆਰਿਆ ਟਾਈਮ ਥੋੜਾ ਹੀ ਆ, ਇਹਨੂੰ ਬੰਨ ਦੇ ਇੱਕ ਵਾਰੀ ਬਸ, ਵਿੱਚ ਨਾ ਖੱਲਰ ਨਾ ਪਾਵੇ, ਇਹਨੂੰ ਇੱਕ ਵਾਰੀ ਬੰਨ ਦੇ। ਗੱਲਾਂ ਦੋ ਚਾਰ ਸੰਗਤ ਨਾਲ ਸਾਂਝੀਆਂ ਕਰਨੀਆਂ, ਫਿਰ ਆਪਾਂ ਫਤਿਹ ਬੁਲਾ ਦੇਣੀ ਆ। ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ। ਅੱਜ ਪਤਾ ਲੱਗਦਾ ਆਪਾਂ ਨੂੰ ਸਰਕਾਰ ਕਿੰਨਾ ਦੀ ਆ ਤੇ ਹੋ ਕੀ ਰਿਹਾ ਹੈ। ਇਹ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ। ਸਭ ਕੁਝ ਉਹਦਾ ਹੈ ਜਿਹਦੀ ਸਰਕਾਰ ਹੈ। ਗੁਰੂ ਦੇ ਪਿਆਰਿਓ, ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਰਕਾਰ ਬਣਾਉਣ ਦਾ ਤਰੀਕਾ ਵੀ ਦੱਸਿਆ ਕਿ ਇਹ ਸਰਕਾਰ ਤੁਹਾਡੀ ਕਿੱਦਾਂ ਬਣੇਗੀ। ਮਹਾਰਾਜ ਕਹਿੰਦੇ ਨੇ, ਹੋਏ 71 ਮਿਲਹੁ ਮੇਰੇ ਭਾਈ, ਪਰ ਯਾਦ ਰੱਖਿਓ ਦੁਬਦਾ ਦੂਰ ਕਰੋ। ਜਿੰਨਾ ਚਿਰ ਦੁਬਦਾ ਵਿੱਚ ਹੋਵੇਗੀ ਨਾ, ਉਹਨਾਂ ਚਿਰ ਸਾਡੀ ਸਰਕਾਰ ਨਹੀਂ ਬਣ ਸਕਦੀ। ਕਹਿਣ ਨੂੰ ਜੋ ਮਰਜ਼ੀ ਕਹੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਆ ਕਿ ਐ ਬੰਦਿਆ, ਇਸ ਦੁਬਦਾ ਨੂੰ ਦੂਰ ਕਰ। ਮਹਾਰਾਜ ਨੇ ਦੂਰ ਦ੍ਰਿਸ਼ਟੀ ਨਾਲ ਵੇਖਿਆ, ਭਾਰਤ ਦੇ ਸੂਰਬੀਰ ਬਹਾਦਰ ਯੋਧੇ ਅੱਜ ਗੁਲਾਮ ਕਿੱਦਾਂ ਹੋ ਗਏ। ਜਦੋਂ ਬਾਬੇ ਨੇ ਨਜ਼ਰ ਕਰਕੇ ਵੇਖਿਆ, ਜਲਦੀ ਸਭ ਪ੍ਰਿਥਵੀ ਦਿਸ ਆਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਚੜਿਆ ਸੋਧਣ ਧਰਤ ਲੁਕਾਈ। ਇਸ ਧਰਤੀ ਨੂੰ ਸੋਧਣ ਵਾਸਤੇ ਚੜ ਗਿਆ। ਤੇ ਫਿਰ ਬਾਬੇ ਨੇ ਜਿਹੜੀਆਂ ਕਮਜ਼ੋਰੀਆਂ ਸਾਡੇ ਵਿੱਚੋਂ ਦੂਰ ਕੀਤੀਆਂ, ਸਾਨੂੰ ਸਮਝਾਇਆ, ਇਕੱਤਰ ਹੋ ਕੇ ਚੱਲੋ, ਇੱਕ ਅਕਾਲ ਪੁਰਖ ਦੇ ਝੰਡੇ ਥੱਲੇ ਚੱਲੋ। ਭਾਰਤ ਦੀ ਗੁਲਾਮੀ ਦਾ ਕਾਰਨ ਕੀ ਸੀ ਕਿ ਕੋਈ ਗਣੇਸ਼ ਨੂੰ ਮੰਨਦਾ, ਕੋਈ ਉਹਦੇ ਪਿਤਾ ਸ਼ਿਵ ਨੂੰ ਮੰਨਦਾ, ਕੋਈ ਉਹਦੀ ਮਾਤਾ ਪਾਰਵਤੀ ਨੂੰ ਮੰਨਦਾ, ਕੋਈ ਕਿਸੇ ਪਿੱਪਲ ਨੂੰ ਮੰਨਦਾ, ਕੋਈ ਕਿਸੇ ਬੋੜ ਨੂੰ ਮੰਨਦਾ, ਕੋਈ ਸੱਪ ਨੂੰ ਮੰਨਦਾ, ਕੋਈ ਇੱਕ ਪੰਛੀ ਨੂੰ ਮੰਨਦਾ, ਗਰੜ ਨੂੰ, ਕੋਈ ਹੰਸ ਨੂੰ ਮੰਨਦਾ, ਕੋਈ ਪੱਥਰ ਨੂੰ ਮੰਨਦਾ, ਕੋਈ ਪਾਣੀ ਨੂੰ ਮੰਨਦਾ। ਇੱਥੇ ਇੱਕ ਰੱਬ ਨੂੰ ਕੋਈ ਨਹੀਂ ਮੰਨਦਾ। ਯਾਦ ਰੱਖਣਾ, ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਇਸਲਾਮ ਇਤਿਹਾਸ ਦੀ। ਹਜ਼ਰਤ ਮੁਹੰਮਦ ਸਾਹਿਬ ਇੱਕ ਯਤੀਮ ਬੱਚਾ ਹੈ, ਮਾਤਾ ਪਿਤਾ ਗੁਜ਼ਰ ਗਿਆ ਏ, ਚਾਚਾ ਪ੍ਰਤਪਾਲਨਾ ਕਰਦਾ ਅਬੂ ਤਾਲਬ। ਉਸ ਅਬੂ ਤਾਲਬ ਨੇ ਨੌਕਰ ਲਗਾਤਾ ਹੈ। ਉਸ ਟਾਈਮ ਬੰਧੂਆ ਮਜ਼ਦੂਰ ਹੁੰਦਾ ਸੀ, ਨੌਕਰ ਲਗਵਾ ਦਿੱਤਾ ਹੈ। ਇੱਕ ਜਿਹੜੀ ਮੱਕੇ ਸ਼ਹਿਰ ਦੀ
अमीर औरत जिहड़ी मुखिया है उत्थों दी, बहुत धनी है, ते नौकर गुलाम हुंदा सी, ओनू वेचिया जांदा सी, ओदी कीमत मालक नू इक्को वारी तारनी पैंदी सी। उस खदीसा नाम दी औरत जिहड़ी मक्के दी मुखिया है, ओदा नौकर लग गया, बड़ी वफादारी दे नाल ओदी गुलामी कीती है। खजूरां दा कारोबार है, बड़ी बहादरी नाल ते हिम्मत नाल सच्चाई नाल खजूरां दा व्यापार बड़ी दूर दूर तक फैला दिता। हुण जवानी च पैर धरिया ते उस खदीशा ने वेखिया मेरा बड़ा कारोबार वधाया इसने, और जवान हो गया। उसनू ऑफर दिती, मैं तेनू अपना शौहर, अपना पति, अपना साई मनदी हां, कि तेनू मंजूर है मेरे नाल शादी? हजरत मुहम्मद साहब ने शादी कर लई। हुण समा सीमत है, कोई ये ना समझो इतिहास किधर नू लै गया मैं, गल नुकते दी करके फतेह बुला देनी है। बहुत बुलारे आए ने। जदों हजरत मुहम्मद साहब गुलामी तो मालक बनिया, गुलामी दी जिंदगी उसने जी के वेखी है। उस खुदावंद दा शुक्र गुजार होया ते एक संकल्प कीता, एक प्रण कीता कि मैं अपनी जिंदगी दे विच एक गुलाम रोज खरीद के आजाद करांगा। हमजा गौस हबशी है, सब तो पहला वो गुलाम खरीदिया उसने 300 दिनार दा, ओनू आजाद करता, कहंदा तू जा आजाद है। वो गुलाम कहन लगा, मुहम्मद तू मैनू आजाद ते कर दिता, मैं इथों जावांगा फिर पकड़िया जावांगा, फिर बाजार च वेच दिता जावेगा। तू मैनू खरीद के आजाद कीता, तू कदी गुलाम नहीं रखेगा मैनू, मैं तेरी सेवा च रहना। इदा करदिया करदिया हजरत मुहम्मद साहब दे कोल 500 वो सेवक बन गया जिहड़ा गुलाम खरीद के आजाद कीता सी। फिर एक मन दे विच संकल्प आया कि एक आजादी दी लहर चलावां मैं अरब देश दे विच, कि ये जिहड़े गुलाम ने ये भी खुदा दे बंदे ने। एक मिशन खड़ा कर दिता जिसनू मुड़ के इस्लाम कहा गया। मक्के दे विचों उसनू कढ़ दिता गया कि तू ते साडे खुदा नहीं मनदा, तू अपना खुदा कोई वखरा ही मन लिया। मक्के तो मदीने शहर विच आ गए, बहुत सारी पावर हासिल करके मक्के ते हमला कीता, मक्का शहर नू जित लिया, काबज हो गए ने। उथों दा राज भाग हजरत मुहम्मद साहब दे हाथ विच आ गया। हुण जिहड़े मुखालत करन वाले सी, विरोधी जिहड़े समर्पित हो गए, जिन्हां सलाम कबूल कर लिया, वो छड़ दिते, बाकियां नूं गिरफ्तार कीता ते मुकदमे चले ते सजा पता की दिती। हुण जिहड़े हजरत मुहम्मद साहब दे मुरीद सी, सेवक सी जां ओहदे साथी सी, वो सारे गुलाम सन, खरीदे सी, आजाद कर दिते। जाहल लोग सन, अनपढ़ सन, ते जेड़े उस टाइम कुरैशी उथों दे रहन वाले गिरफ्तार कीते सी, उन्हां नूं जदों मुकदमा कीता, सामने लिआंदा ते सजा सुनाई। हजरत मुहम्मद साहब कहन लगा भी जेड़ा भी कुरैशी मुसलमान 10 मुसलमानां नूं एजुकेशन दे दवे, पढ़ा दवे, उस कुरैशी दा धर्म नहीं बदलिया जावेगा, उसनूं आजाद कर दिता जावेगा। वो अपने धर्म विच रह के ही मक्के च रह सकता। ये ऐलान किया जिन्हां ने प्रवान किया भी मैं 10 मुसलमानां नूं पढ़ावांगा, उन्हां नूं आजाद कर दिता। समा बीतदा गया, वो जिहड़ी एजुकेशन नूं मुख रखिया, उस पढ़ाई उस एजुकेशन दे बल बुते ते अज अद तो ज्यादा दुनिया उत्ते
ਇਸਲਾਮ ਰਾਜ ਕਰਦਾ ਪਿਆ। ਇੱਥੇ ਹੀ ਬਸ ਨਹੀਂ, ਯਹੂਦੀਆਂ ਦਾ ਇਤਿਹਾਸ ਪੜ੍ਹਿਆ। ਯਹੂਦੀ ਕੌਮ ਪੂਰੀ ਦੁਨੀਆ ਤੇ ਕਾਬਜ ਸੀ, ਪੂਰੀ ਦੁਨੀਆ ਤੇ। ਇਹਨਾਂ ਦਾ ਪਿਤਾਮਾ ਜਿਹੜਾ ਹਜ਼ਰਤ ਇਬਰਾਹੀਮ ਦੀ ਇੱਕ ਗੁਲਾਮ ਸੀ, ਇੱਕ ਦਾਸੀ ਸੀ, ਜਿਹਦੇ ਨਾਲ ਉਹਨੇ ਸੰਬੰਧ ਬਣਾਏ, ਉਹਨੂੰ ਪਤਨੀ ਦਾ ਦਰਜਾ ਦਿੱਤਾ। ਉਹਦੇ ਗਰਭ ਚੋਂ ਪੈਦਾ ਹੋਇਆ ਇਸਮਾਈਲ। ਉਹ ਜਿਹੜਾ ਇਸਮਾਈਲ ਸੀ, ਉਸ ਤੋਂ ਨਫ਼ਰਤ ਕਰਨ ਲੱਗੀ ਜਿਹੜੀ ਉਹਦੀ ਵਿਆਹੁਤਾ ਇਸਤਰੀ ਸੀ। ਕਲੇਸ਼ ਕੀਤੀ, ਉਹਨੂੰ ਘਰੋਂ ਕੱਢ। ਉਹਨੂੰ ਘਰੋਂ ਕੱਢਿਆ ਜਾੜ ਬਿਆਬਾਨ ਚ, ਅਰਬ ਦੇਸ਼ ਵਿੱਚ, ਮੱਕੇ ਜਾੜ ਚ ਛੱਡ ਆਏ। ਉਹਦਾ ਜਿਹੜਾ ਪੁੱਤਰ ਸੀ ਇਸਮਾਈਲ, ਉਹਦੀ ਕੌਮ, ਉਹਦੀ ਜਿਹੜੀ ਅੰਸ਼ ਬੰਸ ਸੀ, ਉਹਦੇ ਚੋਂ ਇਸਲਾਮ ਧਰਮ ਚੱਲਿਆ। ਜਿਹੜਾ ਯਿਸੂ ਮਸੀਹ ਕ੍ਰਿਸਚਨ ਧਰਮ ਆ, ਇਹ ਵੀ ਇੱਕ ਗੁਲਾਮ ਮਲਾਹ ਸੀ, ਜਿਹਦੀ ਲੜਕੀ ਦੇ ਨਾਲ ਇਬਰਾਹੀਮ ਦੇ ਵਿੱਚੋਂ ਪੈਦਾ ਹੋਇਆ ਯਿਸੂ ਮਸੀਹ। ਇਹਨਾਂ ਨੇ ਆਪਣਾ ਹੱਕ ਜਤਾਉਣ ਵਾਸਤੇ ਆਪਣੀ ਕੌਮ ਖੜੀ ਕਰ ਲਈ। ਯਹੂਦੀਆਂ ਦਾ ਪੂਰੀ ਦੁਨੀਆ ਤੇ ਰਾਜ ਸੀ, ਪੂਰੀ ਦੁਨੀਆ ਤੇ। ਆ ਜਿਹੜੇ ਸਾਡੇ ਭਾਰਤ ਵਿੱਚ ਜਿਹਨੂੰ ਵਿਪਰਵਾਦ ਕਹਿੰਦੇ ਆ ਨਾ, ਬ੍ਰਾਹਮਣ ਲੋਕ, ਇਹ ਯਹੂਦੀ ਹੈ। ਇਹਨਾਂ ਦੀ ਹਿਸਟਰੀ ਪੜ੍ਹ ਲੈਣਾ, ਇਹਨਾਂ ਦੇ ਸੰਸਕਾਰ ਪੜ੍ਹ ਲੈਣਾ। ਭਾਰਤ ਉੱਤੇ ਵੀ ਇਹ ਆ ਕੇ ਕਾਬਜ ਹੋ ਗਏ ਸੀ, ਪੂਰੀ ਦੁਨੀਆ ਤੇ ਇਹਨਾਂ ਦਾ ਕਬਜ਼ਾ ਸੀ। ਜਦੋਂ ਇਸਲਾਮ ਵਾਲੇ ਵੀ ਇਹਨਾਂ ਦੇ ਖਿਲਾਫ ਹੋ ਗਏ ਵੀ ਅਸੀਂ ਵੀ ਇਬਰਾਹੀਮ ਦੀ ਔਲਾਦ ਹੈ, ਸਾਨੂੰ ਸਾਡਾ ਹੱਕ ਚਾਹੀਦਾ। ਉਧਰੋਂ ਈਸਾਈ ਲੋਕ, ਉਹ ਵੀ ਯਹੂਦੀਆਂ ਦੇ ਖਿਲਾਫ ਸੰਘਰਸ਼ ਵਿੱਚ ਆ ਗਏ। ਅਸੀਂ ਯਿਸੂ ਮਸੀਹ, ਉਹਦੀ ਫੈਮਿਲੀ, ਉਹਦੀ ਅਸੀਂ ਕੌਮ ਹੈ, ਅਸੀਂ ਵੀ ਇਬਰਾਹੀਮ ਦੇ ਵੰਸ਼ ਵਿੱਚੋਂ ਆ। ਇਹਨਾਂ ਦੀਆਂ ਕਿਤਾਬਾਂ ਨੇ ਅੰਜੀਲ, ਬਾਈਬਲ, ਕੁਰਾਨ, ਇਹ ਪੜ੍ਹ ਕੇ ਵੇਖ ਲੈਣਾ, ਇਹਨਾਂ ਦੀ ਹਿਸਟਰੀ ਇੱਕ ਹੀ ਆ। ਸਾਰਿਆਂ ਦੀ ਹਿਸਟਰੀ ਇਬਰਾਹੀਮ ਤੋਂ ਚੱਲਦੀ, ਜੋਵਾ ਤੋਂ ਚੱਲਦੀ ਹੈ। ਜੋਵਾ ਤੋਂ ਗਾ ਮੂਸਾ, ਈਸਾ ਵਗੈਰਾ ਵਗੈਰਾ ਕਰਕੇ ਇਬਰਾਹੀਮ ਤੇ ਆਪ ਸ਼ਾਖਾਂ ਫੁੱਟ ਜਾਂਦੀਆਂ। 5 ਧਰਮ ਬਣ ਗਏ ਯਹੂਦੀਆਂ ਦੇ ਵਿੱਚੋਂ। ਲੜਦੇ ਰਹੇ, ਝਗੜਦੇ ਰਹੇ, ਹੌਲੀ ਹੌਲੀ ਇਸਲਾਮ ਵੀ ਜ਼ੋਰ ਫੜਦਾ ਗਿਆ। ਉਧਰੋਂ ਕ੍ਰਿਸਚਨ ਧਰਮ ਜਿਹੜਾ ਉਹ ਵੀ ਜ਼ੋਰ ਫੜਦਾ ਗਿਆ। ਹੌਲੀ ਹੌਲੀ ਯਹੂਦੀ ਕਮਜ਼ੋਰ ਪੈਂਦੇ ਗਏ। ਆਖਰ ਨੂੰ ਜਿਹੜਾ ਯਹੂਦੀਆਂ ਦਾ ਇਜ਼ਰਾਈਲ ਸ਼ਹਿਰ ਸੀ, ਜਿੱਥੇ ਯਿਸੂ ਮਸੀਹ ਨੂੰ ਸੂਲੀ ਚਾੜਿਆ ਸੀ, ਜਿਹੜਾ ਇਬਰਾਹੀਮ ਪੈਗੰਬਰ ਦਾ ਘਰ ਸੀ, ਉਹ ਢਾ ਦਿੱਤਾ ਮੁਸਲਮਾਨਾਂ ਨੇ। ਉਹਦੀ ਇੱਕ ਦੀਵਾਰ ਅੱਜ ਵੀ ਖੜੀ ਹੋਈ ਹੈ ਇਜ਼ਰਾਈਲ ਦੇ ਵਿੱਚ। ਉਹ ਢਾ ਦਿੱਤਾ ਤੇ 3 ਦਿਨ ਕਤਲੇਆਮ ਚੱਲੀ। ਬੜੀ ਬੁਰੀ ਤਰ੍ਹਾਂ ਮਾਰਿਆ ਯਹੂਦੀਆਂ ਨੂੰ। ਟਾਵਾ ਟਾਵਾ ਯਹੂਦੀ ਬਚਿਆ, ਜੰਗਲਾਂ ਨੂੰ ਭੱਜ ਗਿਆ, ਕੋਈ ਕਿੱਧਰ ਨੂੰ ਭੱਜ ਗਿਆ। ਕਤਲੇਆਮ ਕਰਕੇ, ਬਰਬਾਦ ਕਰਕੇ ਇਜ਼ਰਾਈਲ ਸ਼ਹਿਰ ਨੂੰ ਉਹ ਜਿਹੜਾ ਹੁਕਮਰਾਨ ਸੀ, ਉਹ ਚਲਾ ਗਿਆ ਮੱਕੇ ਦੇਸ਼ ਨੂੰ। ਹੁਣ ਜਦੋਂ ਜੰਗਲਾਂ ਚੋਂ ਨਿਕਲ ਕੇ ਯਹੂਦੀ ਇੱਕ ਥਾਂ ਇਕੱਠੇ ਹੋਏ ਆ, ਤੇ ਜਿਹੜਾ ਧਰਮ ਗੁਰੂ ਆ ਯਹੂਦੀਆਂ ਦਾ, ਉਸ ਨੂੰ ਕਹਿਣ ਲੱਗੇ, ਗੁਰੂ ਜੀ ਆਪਣਾ ਤੇ ਧਰਮ ਸਥਾਨ ਵੀ ਉਹਨਾਂ ਨੇ ਢਾ ਦਿੱਤਾ, ਮੰਦਿਰ ਵੀ ਢਾ ਦਿੱਤਾ। ਅਸੀਂ ਰੱਬ ਦੇ ਅੱਗੇ ਫਰਿਆਦ ਕਰਨੀ ਤੇ ਕਿੱਥੇ ਕਰੀਏ? ਇੱਕ ਚਾਦਰ ਵਿਛਾਈ, ਜਿਹਦੇ ਕੋਲ ਜੋ ਕੁਝ ਸੀ ਉਹ ਉੱਥੇ ਹੀ ਰੱਖ ਦਿੱਤਾ। ਕਿਸੇ ਨੇ ਪੈਸੇ ਮੱਥਾ ਟੇਕਿਆ, ਕਿਸੇ ਨੇ ਕੋਈ ਸੋਨਾ ਚਾਂਦੀ, ਜੋ ਕੁਝ ਵੀ ਕੋਲ ਸੀ, ਹੀਰਾ ਮੋਤੀ, ਜੋ ਕਿਸੇ ਕੋਲ ਸੀ, ਉਸ ਚਾਦਰ ਦੇ ਉੱਤੇ ਰੱਖ ਦਿੱਤਾ। ਤੇ ਕਹਿਣ ਲੱਗੇ ਵੀ ਉਹ ਜਿਹੜਾ ਆਪਣਾ ਮੰਦਿਰ, ਇਬਰਾਹੀਮ ਦਾ ਘਰ, ਉਹ ਮੰਦਿਰ, ਰੱਬ ਦਾ ਘਰ ਜਿਹੜਾ ਸੀ, ਉਹ ਢਾ ਦਿੱਤਾ। ਤੁਸੀਂ ਦੁਬਾਰਾ ਉਸਾਰੋ, ਕਮ ਸੇ ਕਮ ਉਹਦੇ ਅੰਦਰ ਬੈਠ ਕੇ ਅਸੀਂ ਫਰਿਆਦ ਕਰੀਏ, ਅਰਦਾਸ ਕਰੀਏ।
ਉਹ ਧਰਮ ਗੁਰੂ ਕਹਿਣ ਲੱਗਾ ਵੀ ਨਹੀਂ, ਉਹ ਮੰਦਿਰ ਨਹੀਂ ਬਣਾਉਣਾ ਹੁਣ ਜਿਹੜਾ ਢਾਹ ਦਿੱਤਾ। ਸਮਝਣ ਵਾਲੀ ਗੱਲ ਬੜੀ ਬਰੀਕੀ ਨਾਲ ਕਹਿਣ ਲੱਗਾ, ਹੁਣ ਇਹੋ ਜਿਹਾ ਮੰਦਿਰ ਬਣਾ ਕੇ ਦਵਾਂਗਾ ਪੂਰੀ ਦੁਨੀਆ ਤੇ ਤੁਹਾਡਾ ਰਾਜ ਹੋਏਗਾ। ਉਹ ਮੰਦਿਰ ਕਿਹੜਾ ਬਣਾਇਆ ਉਸਨੇ? ਇਜ਼ਰਾਈਲ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਬਣਾਈ, ਕਾਲਜ ਬਣਾਇਆ। ਉਸ ਯੂਨੀਵਰਸਿਟੀ ਦਾ ਸਟੈਂਡਰਡ ਇੰਨਾ ਉੱਚਾ ਰੱਖਿਆ ਪੜ੍ਹਾਈ ਦਾ, ਸਾਧ ਸੰਗਤ ਜੀ ਅੱਜ ਉਹ ਜਿਹੜਾ ਇਬਰਾਹੀਮ ਦਾ ਘਰ ਢਾਇਆ ਸੀ, ਉਹਦੀ ਇੱਕ ਕੰਧ ਬਚੀ ਆ। ਜਿਹੜੇ ਯਹੂਦੀ ਕੌਮ ਦੇ ਲੋਕ ਆ ਉਸ ਕੰਧ ਨੂੰ ਮੱਥਾ ਲਾ ਕੇ ਤੇ ਨਮਸਕਾਰ ਕਰ ਲੈਂਦੇ ਆ, ਪਰ ਮੰਦਿਰ ਕੋਈ ਨਹੀਂ ਬਣਾਇਆ ਉਹਨਾਂ ਨੇ। ਸਕੂਲ ਕਾਲਜ ਬਣਾਏ ਤੇ ਅੱਜ ਹਿਸਟਰੀ ਗੂਗਲ ਤੋਂ ਸਰਚ ਮਾਰ ਲੈਣਾ, ਵਰਲਡ ਨੂੰ ਕੰਟਰੋਲ ਕਰਨ ਵਾਲਾ ਇਹ ਯਹੂਦੀ ਲੋਕ ਆ। ਤੇ ਗਿਣਤੀ ਕਿੰਨੀ ਇਹਨਾਂ ਦੀ? 80 ਲੱਖ ਦੀ ਗਿਣਤੀ ਆ ਪੂਰੀ ਦੁਨੀਆ 'ਚ, ਪੂਰੀ ਦੁਨੀਆ ਵਿੱਚ ਫੈਲੀ ਹੋਈ ਗਿਣਤੀ 80 ਲੱਖ ਦੀ। ਤੇ ਜਿਹੜਾ ਇਹਨਾਂ ਨੇ ਦੇਸ਼ ਲਿਆ 1946 ਵਿੱਚ, 1946 ਵਿੱਚ ਇਹਨਾਂ ਨੇ ਆਪਣਾ ਇੱਕ ਦੇਸ਼ ਲਿਆ ਨਿੱਕਾ ਜਿਹਾ। ਉਸ ਦੇਸ਼ ਤੋਂ ਆਪਣੀਆਂ ਗਤੀਆਂ ਵਧੀਆਂ ਚਲਾਉਂਦੇ ਨੇ। 80 ਲੱਖ ਦੀ ਕੇਵਲ ਆਬਾਦੀ ਆ, ਪੂਰੀ ਦੁਨੀਆ ਤੇ ਰਾਜ ਕਰਦੇ ਆ, ਪੂਰੀ ਦੁਨੀਆ ਨੂੰ ਕੰਟਰੋਲ ਕਰਦੇ ਆ। ਅਮਰੀਕਾ ਦੇ ਜਿੰਨੇ ਵੀ ਸਾਇੰਟਿਸਟ ਆ ਸਾਰਿਆਂ ਦੇ ਉੱਤੇ ਜਿਹੜਾ ਕੰਟਰੋਲਰ ਆ ਯਹੂਦੀ ਬੈਠਾ। ਅਸਲੇ ਦੀ ਸਰਚ ਹੁੰਦੀ, ਜਹਾਜ਼ ਬਣਦੇ ਬਰੂਦ ਦੀ ਸਰਚ ਹੁੰਦੀ ਆ, ਜਿਹੜਾ ਉਹਨਾਂ ਦਾ ਸੁਪਰਵਾਈਜ਼ਰ ਆ ਉਹ ਯਹੂਦੀ ਬੈਠਾ। ਰੂਸ ਵਿੱਚ ਯਹੂਦੀ ਬੈਠਾ, ਚਾਈਨਾ ਦੀ ਦੇਖਭਾਲ ਕਰਨ ਵਾਲਾ ਯਹੂਦੀ। ਕਦੀ ਗੂਗਲ ਤੇ ਸਰਚ ਮਾਰ ਲੈਣਾ, ਕਿਹੜੇ ਵੀ ਪਾਵਰਫੁਲ ਮੁਲਕ ਨੇ ਸਾਰਿਆਂ ਦੀ ਰਹਿਨਮਾਈ ਕਰਨ ਵਾਲੇ ਯਹੂਦੀ ਹੈ। ਤੇ ਕਮ ਸੇ ਕਮ ਇਹਨਾਂ ਨੇ 8-900 ਸਾਲ ਮਾਰ ਖਾਧੀ, 8-900 ਸਾਲ। ਤੇ ਕਿੰਨਾ ਚਿਰ ਮਾਰ ਖਾਧੀ ਹੈ? ਜਿੰਨਾ ਚਿਰ ਇਹ ਜਾਹਲ ਰਹੇ, ਜਾਹਲ ਅਨਪੜ੍ਹ ਗਵਾਰ ਰਹੇ। ਜਦੋਂ ਇਹਨਾਂ ਨੇ ਮੰਦਿਰ ਐਜੂਕੇਸ਼ਨ ਨੂੰ ਬਣਾ ਲਿਆ, ਪੜ੍ਹਾਈ ਨੂੰ ਮੰਦਿਰ ਬਣਾ ਲਿਆ, ਪੜ੍ਹ ਲਿਖ ਗਏ ਯਹੂਦੀ। ਅੱਜ ਉਹ ਜਿਹੜਾ ਇਜ਼ਰਾਈਲ ਦੇਸ਼ ਆ ਨਾ, 7 ਦੇਸ਼ ਮੁਸਲਮਾਨਾਂ ਦੇ ਵਿਚਾਲੇ ਘਿਰਿਆ ਹੋਇਆ। ਤੇ ਐਡੀ ਵੱਡੀ ਐਡਵਾਂਸ ਟੈਕਨੋਲੋਜੀ ਹੈ ਕਿ ਜਦੋਂ ਕੋਈ ਉਹਨਾਂ ਵੱਲ ਨੂੰ ਮਜਾਇਲ ਰਾਕਟ ਕੁਝ ਵੀ ਛੱਡੇ ਤੇ ਉਹਦਾ ਰਾਕਟ ਉਹਦੀ ਮਜਾਇਲ ਤੇ ਅਸਮਾਨ ਵਿੱਚ ਹੀ ਨਸ਼ਟ ਕਰ ਦਿੰਦੇ ਨੇ। ਤੇ ਫਿਰ ਉਹ ਜਿੱਥੋਂ ਉਹਨਾਂ ਨੇ ਚਲਾਇਆ ਉਸ ਥਾਂ ਤੇ ਜਿੰਨਾ ਚਿਰ ਕਬਜ਼ਾ ਨਹੀਂ ਕਰਦੇ ਉਹਨਾਂ ਚਿਰ ਛੱਡਦੇ ਨਹੀਂ। ਇਹ ਗੱਲਾਂ ਸੁਣਾਈਆਂ ਇਸ ਕਰਕੇ ਆ ਸਟੇਜ ਤੇ ਵੀ ਰਗਰੇਟਿਆਂ ਨੇ ਰਾਜ ਕੀਤਾ। ਰਗਰੇਟਿਆਂ ਤੋਂ ਬਿਨਾਂ ਕੋਈ ਵੀ ਰਾਜ ਚੱਲਿਆ ਨਹੀਂ। ਭਾਵੇਂ ਅਲਾਹੁਦੀਨ ਖਿਲਜੀ ਦਾ ਸੀ, ਭਾਵੇਂ ਰਾਣਾ ਰਾਓ ਭੱਟੀ ਦਾ ਸੀ। ਸਮਾਂ ਮੇਰੇ ਕੋਲ 5 ਮਿੰਟ ਬਚੇ ਆ, ਹੋਰ ਇਹਨੂੰ ਵਿਸਥਾਰ ਨਾਲ ਬਿਆਨ ਕਰਨ ਦਾ ਵਿਚਾਰ ਸੀ, ਪਰ ਸਮਾਂ ਨਹੀਂ ਹੈ, ਇਸ ਕਰਕੇ ਟੁਕ ਮਾਤਰ ਗੱਲ ਕਰਕੇ ਜਾ ਰਹੇ ਹਾਂ। ਭਾਵੇਂ ਚੌਹਾਨਾਂ ਦਾ ਰਾਜ ਸੀ, ਰਾਣਾ ਰਾਓ ਭੱਟੀ ਦਾ ਰਾਜ ਸੀ, ਭਾਵੇਂ ਅਲਾਹੁਦੀਨ ਖਿਲਜੀ ਦਾ ਰਾਜ ਸੀ, ਤੇ ਭਾਵੇਂ ਮੁਗਲਾਂ ਦਾ ਰਾਜ ਸੀ, ਭਾਵੇਂ ਲੋਧੀਆਂ ਦਾ ਰਾਜ ਸੀ, ਤੇ ਭਾਵੇਂ ਬਾਅਦ ਵਿੱਚ ਅੰਗਰੇਜ਼ਾਂ ਦਾ ਰਾਜ ਆ ਗਿਆ, ਭਾਵੇਂ ਸਰਦਾਰ ਰਣਜੀਤ ਸਿੰਘ ਮਹਾਰਾਜੇ ਦਾ ਰਾਜ ਸੀ। ਰੰਗਰੇਟਿਆਂ ਤੋਂ ਬਗੈਰ ਨਾ ਬਣਿਆ ਨਾ ਚੱਲਿਆ। ਕਿੰਨਾ ਚਿਰ? ਜਿੰਨਾ ਚਿਰ ਰੰਗਰੇਟਿਆਂ ਦੇ ਕੋਲ ਐਜੂਕੇਸ਼ਨ ਸੀ। ਜਦੋਂ ਇਹ ਅਨਪੜ੍ਹ ਗਵਾਰ ਹੋ ਗਏ, ਅੱਜ ਦੋਸ਼ ਲਾਉਂਦੇ ਜੀ ਸਾਡਾ ਇਤਿਹਾਸ ਨਹੀਂ ਸੁਣਾਉਂਦਾ ਕੋਈ। ਉਹ ਭਲਿਓ ਇਤਿਹਾਸ ਤੁਸੀਂ ਸੁਣਦੇ ਕਿੱਥੇ ਜੀ? ਇਤਿਹਾਸ ਸੁਣਾਉਣ ਵਾਲਿਆਂ ਦੀ ਕਮੀ ਨਹੀਂ, ਸੁਣਦੇ ਕਿੱਥੇ ਜੇ ਤੁਸੀਂ ਇਤਿਹਾਸ? ਜਦੋਂ ਲੰਗਰ ਦੀ ਵਾਰੀ ਆਉਂਦੀ, ਮੈਂ ਬਹੁਤ ਜਗ੍ਹਾ ਤੇ ਪ੍ਰਚਾਰ ਵੇਖਿਆ, ਲੰਗਰ ਜਦੋਂ ਸਾਡੀ ਕਮੇਟੀ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਉਣਾ, ਮੈਂ ਆਪਣੇ ਪਿੰਡ ਦੀ ਗੱਲ ਕਿਉਂ ਨਾ ਕਰਾਂ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਨਗਰ ਕੀਰਤਨ ਕੱਢਾਂਗੇ, ਅੱਛੇ ਬੁਲਾਰੇ ਬੁਲਾਵਾਂਗੇ। ਮੈਂ ਸਿਰਫ ਆਪਣੀ ਜ਼ਿੰਦਗੀ 'ਚ 2 ਬਾਬਾ ਜੀਵਨ ਸਿੰਘ ਜੀ ਦੇ ਪੁਰਬ ਮਨਾਏ ਨੇ, ਇੱਕ ਜਨਮ ਦਿਹਾੜਾ ਤੇ ਇੱਕ ਸ਼ਹੀਦੀ ਪੁਰਬ।
ਦੋਨਾਂ ਦੇ ਉੱਤੇ ਬਾਹਰੋਂ ਪ੍ਰਚਾਰਕ ਬੁਲਾ ਕੇ ਤੇ ਪ੍ਰਚਾਰ ਕੀਤਾ। ਆ ਹੁਣ 2017 ਦੇ ਵਿੱਚ ਮੈਂ ਆਇਆ ਸੀ ਪੂਨੇ ਤੋਂ, 20 ਸਾਲ ਉੱਥੇ ਡਿਊਟੀ ਕੀਤੀ, ਰਿਜ਼ਾਈਨ ਦੇ ਕੇ ਆਇਆ। ਆ ਕੇ ਪਹਿਲਾ ਸਮਾਗਮ ਮੈਂ ਕਿਹਾ ਮੈਂ ਚਲੋ ਇੱਥੇ ਮੈਂ ਹੈਗਾ ਫਿਰ ਕਿਤੇ ਡਿਊਟੀ ਕਰ ਲੈਣੀ ਆ, ਐਤਕੀ ਆਪਾਂ ਸੇਵਾ ਨਿਭਾ ਲਈਏ। ਨੌਜਵਾਨ ਮੁੰਡੇ ਇਕੱਠੇ ਕੀਤੇ, ਅਸੀਂ ਆਪਣੇ ਕੋਲੋਂ ਗਰਾਈਆਂ ਲਾਈਆਂ ਸਾਰਿਆਂ ਨੇ ਵੀ ਆਪਾਂ ਇਹਨੇ ਪੈਸੇ ਲਾਉਣੇ ਆ, ਕੋਈ ਆਪਣੀ ਮਰਜ਼ੀ ਨਾਲ ਜੋ ਦੇਗਾ ਦੇਗਾ। ਜਦੋਂ ਅਸੀਂ ਪੈਸੇ ਇਕੱਠੇ ਕਰ ਲਏ, ਖੰਡ ਪਾਠ ਦਾ ਪ੍ਰਬੰਧ ਸਾਰਾ ਕੁਝ ਹੋ ਗਿਆ ਤੇ ਲੰਗਰ ਦਾ ਮੀਨੂ ਬਣਾਉਣ ਲੱਗ ਗਏ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਸੋਇਆਬੀਨ ਦਾ ਪਨੀਰ 100 ਰੁਪਏ ਆਉਂਦਾ, 100 ਰੁਪਏ ਕਿਲੋ, ਤੇ ਗ੍ਰੀਨ ਪੀਸ ਜਿਹੜੇ ਹਰੇ ਮਟਰ ਕੱਢੇ ਕਢਾਏ 80 ਰੁਪਏ ਆਉਂਦੇ ਆ। ਆਪਾਂ ਮਟਰ ਪਨੀਰ ਦੀ ਸਬਜ਼ੀ ਬਣਾਵਾਂਗੇ, ਇੱਕ ਦਾਲ ਮੱਖਣੀ ਬਣਾਵਾਂਗੇ, ਖੀਰ ਤੇ ਨਾਲ ਹਲਵਾ ਕੜਾ। ਵਿੱਚੋਂ ਮਜਬੀ ਸਿੱਖ ਨੌਜਵਾਨ ਮੁੰਡੇ ਬੋਲੇ ਨਹੀਂ ਨਹੀਂ, ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹੋਵੇ ਤੇ ਸੋਇਆਬੀਨ ਦਾ ਪਨੀਰ, ਅਸੀਂ ਰੀਜਨਲ ਪਨੀਰ ਲਿਆਉਣਾ। ਭਲੇ ਉਹ ਬਨਸਪਤੀ ਦਾ ਪਨੀਰ ਆ, ਨਕਲੀ ਪਨੀਰ ਨਹੀਂ ਆ। ਆ ਜਿਹੜੇ ਖਲੀ ਨੂੰ ਪੁੱਛ ਲੈਣਾ, ਜਿੰਨੇ ਫੈਕਟਰ ਨੇ ਨਾ, ਇਹ ਸਭ ਭਲਵਾਨ ਲੋਕ ਜਿਹੜੇ ਉਹ ਪਨੀਰ ਨੂੰ ਖਾਂਦੇ ਆ। ਕਹਿਣ ਲੱਗੇ ਨਹੀਂ ਅਸੀਂ ਉਹ ਪਨੀਰ ਲਿਆਵਾਂਗੇ। ਮੈਂ ਚੁੱਪ ਕਰ ਗਿਆ ਵੀ ਨੌਜਵਾਨ ਮੁੰਡੇ ਅੱਗੇ ਲੱਗੇ ਕਰਨ ਦਿਓ। ਬਾਅਦ ਵਿੱਚ ਜਦੋਂ ਢਾਡੀ ਜਥਿਆਂ ਦੀ ਤੇ ਪ੍ਰਚਾਰਕਾਂ ਦੀ ਗੱਲ ਚੱਲੀ, ਮੈਂ ਇੱਕ ਜਥੇ ਦਾ ਨਾਮ ਲਿਆ। ਮੈਂ ਕਿਹਾ ਵੀ ਉਹਨਾਂ ਦੀ ਸਟੱਡੀ ਬੜੀ ਆ, ਆਪਾਂ ਉਹ ਜਥਾ ਬੁਲਾਵਾਂਗੇ। ਕਹਿੰਦੇ ਵੀ ਉਹ ਕਿੰਨੇ ਪੈਸੇ ਲੈਂਦਾ? ਮੈਂ ਕਿਹਾ ਘੱਟ ਤੋਂ ਘੱਟ ਉਹ ਲੈਂਦੇ ਕਿੰਨੇ ਮਰਜ਼ੀ ਹੋਣ, ਆਪਾਂ ਉਹਨਾਂ ਨੂੰ 11,000 ਦੇ ਦਾਂਗੇ। ਮੇਰੇ ਜਾਣਕਾਰ ਆ, ਇਹ ਮੇਰੀ ਜ਼ਿੰਮੇਵਾਰੀ, ਤੁਸੀਂ ਬੁਲਾ ਲਓ, ਆਪਾਂ 11,000 ਰੁਪਏ ਦੇ। ਨਹੀਂ ਨਹੀਂ, ਸਾਡੇ ਉੱਥੇ ਆਉਂਦਾ ਇਹ ਮਿੱਡੇ ਤੋਂ ਜਥਾ, ਅਸੀਂ 2100 ਦੇ ਦਈਏ, 1100 ਦੇ ਦਈਏ। ਉਹ ਉਹਨੇ ਚ ਹੀ ਕਰ ਜਾਂਦੇ। 1100 2100 ਵਾਲਾ ਜਥਾ ਖਾਣ ਵਾਸਤੇ, ਜਿਹੜਾ ਜਿਹਨੂੰ ਵਿਦਵਾਨ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਲੰਘ ਗਿਆ ਘਾਟੀ ਰਲ ਗਿਆ ਮਾਟੀ। ਇਹ ਸਰੀਰ ਦੀ ਲੋੜ ਆ ਲੰਗਰ। ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ, ਦੋ ਚੀਜ਼ਾਂ ਤੇ ਜ਼ੋਰ ਦਿਓ ਜੇ ਰਾਜ ਕਰਨਾ ਤੇ, ਇੱਕ ਐਜੂਕੇਸ਼ਨ ਤੇ ਦੂਸਰਾ ਪ੍ਰਚਾਰ ਤੇ। ਬੁਲਾਰਾ ਅੱਛਾ ਬੁਲਾਓ, ਮੂੰਗ ਮਸਰ ਦੀ ਦਾਲ ਬਣਾ ਲਓ, ਰੋਟੀਆਂ ਲੰਗਰ ਦੀਆਂ ਪਕਾ ਕੇ ਮੂੰਗ ਮਸਰ ਦੀ ਦਾਲ ਨਾਲ ਲੰਗਰ ਛਕਾ ਦਿਓ। ਬੁਲਾਰਾ ਅੱਛਾ ਬੁਲਾਓ, ਜਿਹਨੇ ਸਟੱਡੀ ਕੀਤੀ ਆ, ਜਿਹੜਾ ਕੋਈ ਕੌਮ ਨੂੰ ਸੇਧ ਦੇ ਸਕੇ, ਜਿਹੜਾ ਕੋਈ ਕੌਮ ਨੂੰ ਇਤਿਹਾਸ ਸੁਣਾ ਸਕੇ। ਤੇ ਪ੍ਰਚਾਰ ਸਾਧ ਸੰਗਤ ਜੀ ਪੈਸੇ ਤੋਂ ਬਗੈਰ ਨਹੀਂ ਹੁੰਦਾ। ਜਿਹੜੀਆਂ ਕਿਤਾਬਾਂ ਨੇ ਨਾ, 500 ਪੇਜ ਦੀ ਕਿਤਾਬ ਹੋਵੇ ਤਾਂ ਰੰਗਰੇਟਿਆਂ ਦੀਆਂ 5-4 ਗੱਲਾਂ ਹੁੰਦੀਆਂ ਵਿੱਚ, ਪਰ ਉਹ 5-4 ਗੱਲਾਂ ਦੀ ਸਟੱਡੀ ਕਰਨ ਵਾਸਤੇ 500 ਪੇਜ ਪੜ੍ਹਨਾ ਪੈਂਦਾ। 1700 ਪੇਜ ਆ ਸੂਰਜ ਪ੍ਰਕਾਸ਼ ਗ੍ਰੰਥ ਦਾ, ਤੇ ਉਹਦੇ ਵਿੱਚ ਮੈਨੂੰ 17 ਗੱਲਾਂ ਨਹੀਂ ਹੈਗੀਆਂ ਰੰਗਰੇਟਿਆਂ ਦੀਆਂ। 1700 ਪੇਜ ਵਿੱਚ 17 ਗੱਲਾਂ ਨਹੀਂ ਹੈਗੀਆਂ ਰੰਗਰੇਟਿਆਂ ਦੀਆਂ, ਪਰ ਪੜ੍ਹਨਾ ਤਾਂ ਤੁਹਾਨੂੰ 1700 ਪੇਜ ਹੀ ਪਏਗਾ। ਕਮ ਸੇ ਕਮ 200-250 ਪੇਜ ਆ ਪੰਥ ਪ੍ਰਕਾਸ਼ ਦਾ, ਤੇ ਮੈਨੂੰ ਉਮੀਦ ਆ ਵੀ 5-4 ਗੱਲਾਂ ਵੀ ਨਹੀਂ ਪੂਰੀਆਂ ਹੈਗੀਆਂ ਰੰਗਰੇਟਿਆਂ ਦੀਆਂ, ਪਰ ਉਹ ਪੜ੍ਹਨਾ ਪੂਰਾ ਗ੍ਰੰਥ ਪੜੇਗਾ। ਉਹ ਗ੍ਰੰਥ ਪੜਨ ਵਾਸਤੇ ਪੈਸੇ ਚਾਹੀਦੇ, ਪਹਿਲਾਂ ਲਿਆਉਣ ਵਾਸਤੇ ਪੈਸੇ ਚਾਹੀਦੇ, ਫਿਰ ਪੜਨ ਵਾਸਤੇ ਸਮਾਂ ਚਾਹੀਦਾ, ਫਿਰ ਗਾਂ ਜਿੱਥੇ ਪਹੁੰਚਣਾ ਉੱਥੇ ਗੱਡੀ ਤੇਲ ਵੀ ਮੰਗਦੀ ਆ। ਅਸੀਂ ਜਦੋਂ ਵਿਆਹ ਕਰਦੇ ਆ, ਇੱਕ ਕੱਲਾ ਬੰਦਾ, ਮੈਂ ਆਪਣੇ ਪੁੱਤਰ ਦਾ ਵਿਆਹ ਕਰਨਾ ਤੇ ਮੈਂ ਇਕੱਲੇ ਨੇ ਕਰਨਾ, ਉੱਥੇ ਆਰਕੈਸਟਰਾ ਵੀ ਆਉਂਦੀਆਂ ਨੇ, ਉੱਥੇ ਡੀਜੇ ਵੀ ਹਫਤਾ ਲੱਗੇ ਰਹਿੰਦੇ ਨੇ। ਭਾਵੇਂ ਕੋਈ ਲਾਗੇ ਬਿਮਾਰ ਹੋਵੇ ਤੇ ਉਹ ਬੇਨਤੀ ਕਰੇ ਆਣ ਕੇ, ਭਾਈ ਸਾਹਿਬ ਸਾਡਾ ਮਰੀਜ਼ ਆ, ਥੋੜੀ ਆਵਾਜ਼ ਕਿਉਂ, ਮਸਾ ਸਾਡੇ ਘਰੇ ਖੁਸ਼ੀ ਆਈ ਆ, ਅਸੀਂ ਡੀਜੇ ਹਫਤਾ ਚਲਾਉਨੇ ਆ। ਪਰ ਜਦੋਂ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਾਂ ਰੰਗਰੇਟਿਆਂ ਦਾ ਇਤਿਹਾਸ ਦੀ ਵਾਰੀ ਆਉਂਦੀ, ਉਦੋਂ ਅਸੀਂ ਕਹਿ ਦਿੰਦੇ ਆ, ਮਹਾਰਾਜ ਮਾਇਆ ਦੀ ਕਮੀ ਆ, ਬਜਟ ਦੀ ਕਮੀ ਆ, ਤੁਸੀਂ ਇੰਨੇ ਕੁ ਨਸਾਰ ਲਓ। ਮਹਿੰਗਾ ਰੋਵੇ ਇੱਕੋ ਵਾਰ, ਸਸਤਾ ਰੋਵੇ ਬਾਰ-ਬਾਰ। ਜਿਹਨੇ ਸਟੱਡੀ ਕੀਤੀ ਆ, ਜਿਹਨੇ ਤੁਹਾਨੂੰ ਆ ਕੇ ਕੁਝ ਸੁਣਾਉਣਾ ਹੈ, ਪ੍ਰਚਾਰਕ ਤੁਹਾਡੇ 100 ਦੇ ਵਿੱਚੋਂ 97 ਮਜਬੀ ਸਿੱਖ ਪ੍ਰਚਾਰਕ ਆ ਪੰਥ ਵਿੱਚ, ਪਰ ਗੱਲ ਕਰਨ ਵਾਲੇ 100 ਚੋਂ 2% ਹੋਣਗੇ। 2 ਕਿਉਂ? ਤੁਹਾਡਾ ਪ੍ਰਚਾਰ ਕਰਕੇ ਤੇ ਘਰ ਦੇ ਤਬਲੇ ਮੂੰਹ ਤੇ ਵੱਜ ਜਾਂਦੇ ਆ। ਤੁਸੀਂ ਕੁਝ ਦੇਣਾ ਨਹੀਂ, ਦੂਜਿਆਂ ਨੇ ਸਾਨੂੰ ਬੁਲਾਉਣਾ ਨਹੀਂ, ਘਰ ਦੀ ਰੋਟੀ ਚਲਾਉਣੀ ਔਖੀ ਹੋ ਜਾਂਦੀ। ਕੌਣ ਕਰੇਗਾ ਤੁਹਾਡਾ ਪ੍ਰਚਾਰ?
ਉਹਨਾਂ ਦੇ ਕੋਲੋਂ ਜਿਨ੍ਹਾਂ ਦੇ ਹੁਣ ਮੈਨੂੰ ਜੱਟ ਪਰਿਵਾਰ ਸੰਭਾਲਦਾ ਪਿਆ ਏ। ਜਿਹੜੀ ਉੱਥੇ ਕਮੇਟੀ ਆ ਗੁਰਦੁਆਰਾ ਸਾਹਿਬ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇਤਿਹਾਸਕ ਗੁਰਦੁਆਰਾ ਏ, ਉੱਥੇ ਕਥਾ ਦੀ ਡਿਊਟੀ ਨਿਭਾ ਰਹੇ ਆ। ਤੇ ਜੱਟ ਕਮੇਟੀ ਆ ਜਿਹੜੀ ਮੇਰਾ ਪੂਰਾ ਸਾਥ ਦਿੰਦੀ ਆ। ਤੇ ਆਪਣੇ ਬੰਦੇ ਜਿਹੜੇ ਨੇ ਉਹ ਹਮੇਸ਼ਾ ਹੀ ਕਿੰਤੂ ਪ੍ਰਿੰਤੂ ਮੇਰੇ ਤੇ ਕਰਦੇ ਰਹਿੰਦੇ। ਇਸ ਕਰਕੇ ਗੁਰਮੁਖ ਪਿਆਰਿਓ, ਜੇ ਚਾਹੁੰਦੇ ਹੋ ਤੁਹਾਡੀ ਕੌਮ ਰਾਜ ਕਰੇ, ਭਾਵੇਂ ਜਿਹੜੀ ਮਰਜ਼ੀ ਪਾਰਟੀ 'ਚ ਚੱਲ ਜਾਓ, ਦਾ ਹੋ ਜਾਵੇ ਨੌਕਰੇ ਲਾ ਦਿੰਦਾ, ਖੂੰਜੇ ਲਾ ਦਿੰਦਾ। ਪੜ੍ਹੇ ਆ ਆਦ ਕਾਲ ਤੋਂ ਪੜ੍ਹਦੇ ਆ ਰਹੇ ਨੇ, ਤੇ ਉਹ ਆਪਣੇ ਦਿਮਾਗ ਨਾਲ ਜਿਹੜੀ ਤੀਜੀ ਅੱਖ ਆ, ਤੀਜੇ ਨੇਤਰ ਨਾਲ ਵੇਖ ਲੈਂਦੇ ਇਹਨੂੰ ਢਾਉਣਾ ਕਿਵੇਂ ਆ, ਢਾ ਲਾ ਦਿੰਦੇ ਆ। ਉਹਨਾਂ ਨੇ ਬੋਧੀਆਂ ਨੂੰ ਢਾਇਆ, ਜੈਨੀਆਂ ਨੂੰ ਢਾਇਆ, ਭਗਤੀ ਲਹਿਰ ਨੂੰ ਢਾਇਆ, ਸੰਨਿਆਸ ਜਿਹੜੇ ਕੀ ਆਪਣੇ ਕਹਿੰਦੇ ਨੇ ਜਿਹੜੇ ਸਨਾਤਨੀ ਧਰਮ ਵਾਲੇ ਜਿਹੜੇ ਈਸ਼ਵਰ ਪੂਜਾ ਕਰਦੇ ਸੀ ਉਹਨਾਂ ਨੂੰ ਢਾਇਆ। ਹੁਣ ਸਿੱਖ ਧਰਮ ਨੂੰ ਵੀ ਉਹਨਾਂ ਨੇ ਢਾ ਲਿਆ, ਨਿਗਲ ਗਏ। ਸੋ ਗੁਰੂ ਪਿਆਰਿਓ, ਅੱਜ ਬਾਬਾ ਜੀਵਨ ਸਿੰਘ ਸਾਹਿਬ ਜੀ ਮਹਾਰਾਜ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਇਤਿਹਾਸ ਆਪ ਜੀ ਸਵੇਰ ਤੋਂ ਸਰਵਣ ਕਰਦੇ ਆ ਰਹੇ ਹੋ। ਮੈਂ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਜਿਹੜੇ ਬਚਨ ਕੀਤੇ ਆ ਜਿਹੜਾ ਸਰੋਪਾ ਹੈ ਨਾ, ਇਹਦਾ ਇੱਕ ਮਹੱਤਵ ਹੁੰਦਾ ਹੈ। ਇਹ ਗੱਲ 'ਚ ਪਾਇਆ ਜਾਂਦਾ ਹੈ ਵੀ ਭਰਾਵਾ, ਜਿੰਨਾ ਤੂੰ ਪਕਾ ਲਿਆ ਸਾਨੂੰ, ਜਿੰਨਾ ਤੂੰ ਰੌਲਾ ਪਾ ਲਿਆ, ਇੰਨਾ ਅਸੀਂ ਬਰਦਾਸ਼ਤ ਕਰ ਲਿਆ ਹੈ, ਹੁਣ ਤੂੰ ਬਸ ਕਰ। ਇਹ ਸਰੋਪੇ ਦਾ ਅਰਥ ਅਸਲ 'ਚ ਇਹੀ ਹੁੰਦਾ ਹੈ। ਤੇ ਜੇ ਫਿਰ ਵੀ ਇਸ਼ਾਰਾ ਨਾ ਸਮਝੇ ਤਾਂ ਫਿਰ ਸਮਝ ਲਓ ਤੁਸੀਂ ਆਪ ਹੀ। ਦਾਸ ਕੋਈ ਵਿਦਵਾਨ ਨਹੀਂ ਹੈ, ਇੱਕ ਵਿਦਿਆਰਥੀ ਆ, ਸੰਥਿਆ ਪੜ੍ਹ ਕੇ ਸੁਣਾਈ ਹੈ। ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡਾ ਕਦਮ ਕਦਮ ਲੇਖੇ ਚਲਾਉਣ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ। ਇਹ ਤਿਰਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਅੱਗੋਂ ਭਾਈ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਹੋ ਦਾ ਅਰਥ ਹੁੰਦਾ ਹੁਸ਼ਿਆਰ ਹੋ, ਅਜੇ ਸੰਭਾਲ ਇਸ ਸਮੇਂ ਨੂੰ, ਇਹ ਛਿਨ ਛਿਨ ਜਾਏ ਵਿਹਾਮ ਦਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਸਭ ਤੋਂ ਪਹਿਲਾਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਇਸ ਨਗਰ ਦੀ ਇਸ ਮਹਾਨ ਸਟੇਜ ਤੋਂ ਦਾਸ ਨੂੰ ਜੋੜੇ ਝਾੜਨ ਦਾ ਸੁਭਾਗ ਬਖਸ਼ਿਆ। ਗੁਰੂ ਕੀ ਸੰਗਤ ਪ੍ਰਬੰਧਕ ਗੁਰਮੁਖ ਪਿਆਰੇ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਇਸ ਵਿਦਿਆਰਥੀ ਨੂੰ ਇੱਥੇ ਸੰਥਿਆ ਪੜਨ ਦਾ ਸੁਭਾਗ ਬਖਸ਼ਿਆ। ਸਤਿਗੁਰੂ ਜੀ ਸਾਡਾ ਬੋਲਿਆ ਆਪ ਜੀ ਦਾ ਸੁਣਿਆ ਲੇਖੇ ਚਲਾਉਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।